ग्रेस, तेरे मस्से के लिए परमेश्वर, तेरी हजूरी के लिए खुदावन। थैंक यू जीसस, थैंक यू जीसस। प्रभु यीशु मसीह के सामर्थी नाम में हम मांगते हैं, आमीन आमीन। तारीफ करें सब जन जोर से तालियों के साथ। उजीवित परमेश्वर प्रभु यीशु मसीह के नाम को महिमा दें। फॉरेन ब्रांचेस आज जितने भी जन अब ब्रांचेस में मीटिंग को अटेंड कर रहे हैं, हमारा विश्वास है कि आज आप आए नहीं हैं बल्कि लाए गए हैं, और आज आप सेम वापिस नहीं जाएंगे प्रभु यीशु मसीह के नाम में। आइए सब जन अपने अपने स्थानों के ऊपर बैठ जाएं। आप जानते हैं कि जब जब पूरे विश्वास के साथ हम प्रार्थना को ग्रहण करते हैं तो परमेश्वर बड़े काम हमारी जिंदगियों में करते हैं। और बीते समय में जिन लोगों ने पूरे विश्वास के साथ प्रार्थना को ग्रहण किया, परमेश्वर ने बड़े बड़े काम उनकी जिंदगियों में किए, और उनमें से हम कुछ वीडियो टेस्टमनी सुनेंगे। ਐਂਡ ਅਸੀਂ ਆਪਣੇ ਫਿਊਚਰ ਨੂੰ ਲੈ ਕੇ ਯੂਕੇ ਦੇ ਵਿੱਚ ਕਾਫੀ ਵਰਿਡ ਸੀ, ਕਿਉਂਕਿ ਸਪੈਸ਼ਲੀ ਸਟੂਡੈਂਟਸ ਲਈ ਯੂਕੇ ਦੇ ਵਿੱਚ ਰੂਲ ਰੈਗੂਲੇਸ਼ਨ ਚੇਂਜ ਹੁੰਦੇ ਰਹਿੰਦੇ ਨੇ। ਫਿਰ ਕੁਝ ਦੇਰ ਬਾਅਦ ਏਜੰਟ ਨੂੰ ਮਿਲਿਆ ਐਂਡ ਉਸਨੇ ਵੀ ਸਾਨੂੰ ਇਹ ਸੇਮ ਚੀਜ਼ ਗਾਈਡ ਕੀਤੀ ਕਿ ਤੁਸੀਂ ਆਪਣੀਆਂ ਵੈਨਸ ਪਾ ਕੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਮੈਂ ਫਿਰ ਇੱਕ ਵੈਨ ਖਰੀਦੀ ਐਂਡ ਇੱਕ ਵੈਨ ਖਰੀਦਣ ਤੋਂ ਬਾਅਦ ਮੇਰੀ ਡਾਕੂਮੈਂਟੇਸ਼ਨ ਕੰਪਲੀਟ ਨਹੀਂ ਸੀ ਹੋ ਰਹੀ। ਉਹ ਜੋ ਕੰਪਨੀ ਦੀਆਂ ਡੀਪੀਡੀ ਕੰਪਨੀ ਦੀਆਂ ਪਾਲਿਸੀ ਸੀ, ਮੇਰੀ ਡਾਕੂਮੈਂਟੇਸ਼ਨ ਕੰਪਲੀਟ ਨਹੀਂ ਸੀ ਹੋ ਰਹੀ। ਜਦੋਂ ਮੇਰੇ ਹਸਬੰਡ ਨੇ ਜੌਬ ਤੋਂ ਰਿਜ਼ਾਈਨ ਦੇ ਦਿੱਤਾ ਬਟ ਸਾਨੂੰ ਡੀਪੀਡੀ ਵੱਲੋਂ ਕੋਈ ਰਿਵਰਟ ਨਹੀਂ ਆਇਆ। ਇਸ ਦੇ ਦੌਰਾਨ ਸਾਡੇ ਖਰਚੇ ਬਹੁਤ ਵੱਧ ਚੁੱਕੇ ਸੀ ਤੇ ਇਨਕਮ ਘਟ ਚੁੱਕੀ ਸੀ, ਜਿਵੇਂ ਘਰ ਦਾ ਰੈਂਟ, ਕਾਰ ਦੀ ਇੰਸ਼ੋਰੈਂਸ, ਵੈਨ ਜੋ ਸਪੈਸ਼ਲ ਅਸੀਂ ਆਪਣੀ ਨਵੇਂ ਬਿਜ਼ਨਸ ਦੇ ਲਈ ਖਰੀਦੀ ਸੀ ਉਹਦੀ ਇੰਸ਼ੋਰੈਂਸ ਬਹੁਤ ਜ਼ਿਆਦਾ ਸੀ। ਐਂਡ ਇਸ ਚੀਜ਼ ਨੂੰ ਲੈ ਕੇ ਮੈਂ ਕਾਫੀ ਵਰਿਡ ਸੀ, ਕਿਉਂਕਿ ਵੈਨ ਦਾ ਖਰਚਾ, ਵੈਨ ਦੀ ਇੰਸ਼ੋਰੈਂਸ ਕਾਫੀ ਜ਼ਿਆਦਾ ਸੀ ਐਂਡ ਮੈਨੂੰ ਬਹੁਤ ਟੈਨਸ਼ਨ ਸੀ ਕਿ ਅੱਗੇ ਹੁਣ ਕੀ ਹੋਵੇਗਾ। ਮੇਰੇ ਮਨ 'ਚ ਬੁਰੇ ਖਿਆਲ ਆਉਂਦੇ ਸੀ ਕਿ ਹੁਣ ਮੈਂ ਵੈਨ ਵੇਚਾਂ, ਫੇਰ ਲੇਬਰ ਵਰਕ ਕਰਾਂ ਜਾਂ ਮੈਂ ਕੀ ਕਰਾਂ। ਸਾਰਿਆਂ ਨੂੰ ਸਾਡੇ ਵੱਲੋਂ ਜੈਮਸੀ ਦੀ। ਮੇਰਾ ਨਾਮ ਕਰਨਵੀਰ ਆ। ਮੇਰਾ ਨਾਮ ਰਜਨੀ ਆ ਐਂਡ ਅਸੀਂ ਯੂਕੇ ਬਰਮਿੰਗਮ ਤੋਂ ਬਿਲੋਂਗ ਕਰਦੇ ਹਾਂ। ਅੱਜ ਅਸੀਂ ਆਪਣੀ ਲਾਈਫ ਦੀ ਬਹੁਤ ਵੱਡੀ ਟੈਸਟਮਨੀ ਦੇਣ ਜਾ ਰਹੇ ਹਾਂ, ਕਿਵੇਂ ਪਰਮੇਸ਼ਵਰ ਨੇ ਸਾਨੂੰ ਯੂਕੇ ਦੇ ਵਿੱਚ ਆਪਣੇ ਖੁਦ ਦੇ ਬਿਜ਼ਨਸ ਦੇ ਨਾਲ ਬਲੈਸ ਕੀਤਾ। ਅਸੀਂ 2023 ਦੇ ਵਿੱਚ ਸਟੂਡੈਂਟ ਵੀਜ਼ਾ ਤੇ ਯੂਕੇ ਆਏ ਸੀ ਐਂਡ ਉਦੋਂ ਤੋਂ ਲੈ ਕੇ ਲਗਾਤਾਰ ਅਸੀਂ ਇੱਕ ਹੀ ਕੰਪਨੀ ਦੇ ਵਿੱਚ ਜੌਬ ਕਰ ਰਹੇ ਸੀ ਐਂਡ ਸਾਡੀ ਇਹ ਹਾਰਡ ਡਿਜ਼ਾਇਰ ਸੀ ਕਿ ਅਸੀਂ ਯੂਕੇ ਦੇ ਵਿੱਚ ਆਪਣਾ ਬਿਜ਼ਨਸ ਕਰੀਏ, ਕੁਝ ਸਟਾਰਟਅਪ ਕਰੀਏ। ਐਂਡ ਅਸੀਂ ਆਪਣੇ ਫਿਊਚਰ ਨੂੰ ਲੈ ਕੇ ਯੂਕੇ ਦੇ ਵਿੱਚ ਕਾਫੀ ਵਰਿਡ ਸੀ, ਕਿਉਂਕਿ ਸਪੈਸ਼ਲੀ ਸਟੂਡੈਂਟਸ ਲਈ ਯੂਕੇ ਦੇ ਵਿੱਚ ਰੂਲ ਰੈਗੂਲੇਸ਼ਨ ਚੇਂਜ ਹੁੰਦੇ ਰਹਿੰਦੇ ਨੇ ਐਂਡ ਅਸੀਂ ਇਸ ਚੀਜ਼ ਨੂੰ ਲੈ ਕੇ ਕਾਫੀ ਵਰਿਡ ਸੀ ਕਿ ਸਾਡਾ ਫਿਊਚਰ ਸਿਕਿਉਰ ਕਿਵੇਂ ਹੋਵੇਗਾ ਯੂਕੇ ਵਿੱਚ। ਫਿਰ ਇਸ ਰਿਗਾਰਡ ਵਿੱਚ ਅਸੀਂ ਇੱਕ ਏਜੰਟ ਨੂੰ ਮਿਲੇ। ਅਸੀਂ ਉਸ ਨੂੰ ਇਸ ਲਈ ਮਿਲੇ ਕਿ ਸਾਡਾ ਫਿਊਚਰ ਕਿਵੇਂ ਸਿਕਿਉਰ ਹੋ ਸਕਦਾ ਐਂਡ ਉਸਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਆਪਣਾ ਬਿਜ਼ਨਸ, ਆਪਣੀ ਵੈਨ ਪਾ ਕੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਬਟ ਇਸ ਚੀਜ਼ ਵਿੱਚ ਕਾਫੀ ਇਨਵੈਸਟਮੈਂਟ ਸੀ, ਵੈਨਸ ਖਰੀਦਣੀਆਂ, ਫਿਰ ਕਿਸੇ ਕੰਪਨੀ ਨਾਲ ਟਾਈ ਅਪ ਕਰਨਾ, ਕਾਫੀ ਇਨਵੈਸਟਮੈਂਟ ਹੋਣ ਕਰਕੇ ਮੈਂ ਇਹ ਚੀਜ਼ ਨੂੰ ਇਹਨਾਂ ਬੋਦਰ ਨਹੀਂ ਕੀਤਾ। ਫਿਰ ਕੁਝ ਦੇਰ ਬਾਅਦ ਮੈਂ ਇੱਕ ਹੋਰ ਏਜੰਟ ਨੂੰ ਮਿਲਿਆ ਐਂਡ ਉਸਨੇ ਵੀ ਸਾਨੂੰ ਇਹ ਸੇਮ ਚੀਜ਼ ਗਾਈਡ ਕੀਤੀ ਕਿ ਤੁਸੀਂ ਆਪਣੀਆਂ ਵੈਨਸ ਪਾ ਕੇ ਆਪਣਾ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਐਂਡ ਅਸੀਂ ਖਾਮੜਾ ਚਰਚ ਨਾਲ ਸ਼ੁਰੂ ਤੋਂ ਜੁੜੇ ਹੋਏ ਸੀ ਐਂਡ ਇੱਥੇ ਯੂਕੇ ਆ ਕੇ ਵੀ ਅਸੀਂ A&M ਬਰਮਿੰਗਮ ਬ੍ਰਾਂਚ ਨਾਲ ਲਗਾਤਾਰ ਜੁੜੇ ਹੋਏ ਸੀ। ਐਂਡ ਜਿਵੇਂ ਪਰਮੇਸ਼ਵਰ ਦੇ ਦਾਸ ਘੋਸ਼ਣਾਵਾਂ ਕਰਦੇ ਸੀ ਕਿ ਪਰਮੇਸ਼ਵਰ ਨੇ ਸਾਨੂੰ ਸਿਰ ਠਹਿਰਾਇਆ, ਪੂੰਛ ਨਹੀਂ।
ਐਂਡ ਮੈਨੂੰ ਫਿਰ ਪਰਮੇਸ਼ਵਰ ਦੇ ਦਾਸ ਦੇ ਵਚਨ ਯਾਦ ਆਏ, ਉਹਨਾਂ ਦੀਆਂ ਘੋਸ਼ਣਾਵਾਂ ਯਾਦ ਆਈਆਂ ਕਿ ਪਰਮੇਸ਼ਵਰ ਨੇ ਤੁਹਾਡੇ ਲਈ ਡਿਵਾਈਨ ਹੈਲਪਰਸ ਠਹਿਰਾਏ ਨੇ। ਐਂਡ ਮੈਂ ਇਸ ਚੀਜ਼ ਨੂੰ ਫਿਰ ਮੈਂ ਸੋਚਿਆ ਕਿ ਮੈਂ ਆਪਣੀ ਵੈਨ ਖਰੀਦ ਕੇ ਆਪਣਾ ਬਿਜ਼ਨਸ ਸ਼ੁਰੂ ਕਰਦਾ। ਮੈਂ ਫਿਰ ਇੱਕ ਵੈਨ ਖਰੀਦੀ ਐਂਡ ਉਸ ਵੈਨ ਖਰੀਦਣ ਤੋਂ ਬਾਅਦ ਮੈਂ ਇੱਕ ਕੰਪਨੀ DPD ਨੇਮ ਆ ਕੰਪਨੀ ਦਾ, ਉਸ ਕੰਪਨੀ ਨਾਲ ਟਾਈ ਅਪ ਕੀਤਾ, ਉਹਨਾਂ ਨਾਲ ਗੱਲਬਾਤ ਕੀਤੀ ਕਿ ਮੈਂ ਉਹਨਾਂ ਨਾਲ ਐਜ਼ ਅ ਸਬ ਕੰਟਰੈਕਟਰ ਮੈਂ ਉਹਨਾਂ ਨਾਲ ਕੰਮ ਕਰਨਾ ਚਾਹੁੰਦਾ। ਐਂਡ ਇੱਕ ਵੈਨ ਖਰੀਦਣ ਤੋਂ ਬਾਅਦ ਮੇਰੀ ਡਾਕੂਮੈਂਟੇਸ਼ਨ ਕੰਪਲੀਟ ਨਹੀਂ ਸੀ ਹੋ ਰਹੀ, ਉਹ ਜੋ ਕੰਪਨੀ ਦੀਆਂ DPD ਕੰਪਨੀ ਦੀਆਂ ਪਾਲਿਸੀ ਸੀ, ਮੇਰੀ ਡਾਕੂਮੈਂਟੇਸ਼ਨ ਕੰਪਲੀਟ ਨਹੀਂ ਸੀ ਹੋ ਰਹੀ। ਜਦੋਂ ਮੇਰੇ ਹਸਬੰਡ ਨੇ ਜੌਬ ਤੋਂ ਰਿਜ਼ਾਈਨ ਦੇ ਦਿੱਤਾ ਬਟ ਸਾਨੂੰ DPD ਵੱਲੋਂ ਕੋਈ ਰਿਵਰਟ ਨਹੀਂ ਆਇਆ ਐਂਡ ਮੇਰੇ ਹਸਬੰਡ ਹਮੇਸ਼ਾ ਆਪਣਾ ਫੋਨ ਚੈੱਕ ਕਰਦੇ ਰਹਿੰਦੇ ਸੀ ਕਿ ਮੇ ਬੀ ਉਹਨਾਂ ਵੱਲੋਂ ਕੋਈ ਨਾ ਕੋਈ ਸਾਨੂੰ ਰਿਵਰਟ ਆਇਆ ਹੋਵੇਗਾ, ਪਰ ਇਸ ਤਰ੍ਹਾਂ ਨਹੀਂ ਸੀ ਹੁੰਦਾ। ਇਸ ਦੇ ਦੌਰਾਨ ਸਾਡੇ ਖਰਚੇ ਬਹੁਤ ਵੱਧ ਚੁੱਕੇ ਸੀ ਤੇ ਇਨਕਮ ਘਟ ਚੁੱਕੀ ਸੀ, ਜਿਵੇਂ ਘਰ ਦਾ ਰੈਂਟ, ਕਾਰ ਦੀ ਇੰਸ਼ੋਰੈਂਸ, ਵੈਨ ਜੋ ਸਪੈਸ਼ਲ ਅਸੀਂ ਆਪਣੀ ਨਵੇਂ ਬਿਜ਼ਨਸ ਦੇ ਲਈ ਖਰੀਦੀ ਸੀ ਉਹਦੀ ਇੰਸ਼ੋਰੈਂਸ ਬਹੁਤ ਜ਼ਿਆਦਾ ਸੀ। ਐਂਡ ਇਸ ਚੀਜ਼ ਨੂੰ ਲੈ ਕੇ ਮੈਂ ਕਾਫੀ ਵਰਿਡ ਸੀ ਕਿਉਂਕਿ ਵੈਨ ਦਾ ਖਰਚਾ, ਵੈਨ ਦੀ ਇੰਸ਼ੋਰੈਂਸ ਕਾਫੀ ਜ਼ਿਆਦਾ ਸੀ ਐਂਡ ਮੈਨੂੰ ਬਹੁਤ ਟੈਨਸ਼ਨ ਸੀ ਕਿ ਅੱਗੇ ਹੁਣ ਕੀ ਹੋਵੇਗਾ। ਮੇਰੇ ਮਨ 'ਚ ਬੁਰੇ ਖਿਆਲ ਆਉਂਦੇ ਸੀ ਕਿ ਹੁਣ ਮੈਂ ਵੈਨ ਵੇਚਾਂ, ਫੇਰ ਲੇਬਰ ਵਰਕ ਕਰਾਂ ਜਾਂ ਮੈਂ ਕੀ ਕਰਾਂ। ਐਂਡ ਇੱਕ ਖੁਦਾ ਦੇ ਵਚਨ ਹਮੇਸ਼ਾ ਮੇਰੇ ਦਿਲ ਵਿੱਚ ਰਹਿੰਦੇ ਸੀ ਐਂਡ ਅਸੀਂ ਇਸ ਚੀਜ਼ ਨੂੰ ਲੈ ਕੇ ਹਮੇਸ਼ਾ ਪ੍ਰਾਰਥਨਾਵਾਂ ਕਰਦੇ ਸੀ। ਜਿਵੇਂ ਪਰਮੇਸ਼ਵਰ ਦੇ ਦਾਸੀ ਸਾਨੂੰ ਬੀਜ ਬਾਉਣ ਦੇ ਲਈ ਗਾਈਡ ਕਰਦੇ ਸੀ, ਅਸੀਂ ਹਮੇਸ਼ਾ ਆਪਣੀ ਘਟੀ ਦੇ ਵਿੱਚ ਆਪਣੀ ਇਮਾਨਦਾਰੀ ਦੇ ਨਾਲ ਪਰਮੇਸ਼ਵਰ ਦੇ ਭਵਨ ਦੇ ਵਿੱਚ ਆਪਣੇ ਬੀਜ, ਆਪਣੀ ਆਫਰਿੰਗਸ ਦਿੰਦੇ ਰਹੇ। ਐਂਡ ਇਸ ਚੀਜ਼ ਨੂੰ ਲੈ ਕੇ ਮੈਂ 3 ਦਿਨ ਰਾਤ ਦੇ ਰੋਜ਼ੇ ਰੱਖੇ, ਇਹ ਸੋਚ ਕੇ ਕਿ ਪਰਮੇਸ਼ਵਰ ਮੇਰੀ ਲਾਈਫ ਦੇ ਵਿੱਚ ਕੰਮ ਕਰਨਗੇ। ਐਂਡ ਮੈਂ 3 ਡੇ ਨਾਈਟ ਦੀ ਫਾਸਟਿੰਗ ਕੀਤੀ ਐਂਡ ਉਸ ਦਿਨ ਸੰਡੇ A&M ਬਰਮਿੰਗਮ ਚਰਚ ਗਏ ਅਸੀਂ ਐਂਡ ਉਸ ਦਿਨ ਸਵੀਟ ਡਿਸਟ੍ਰੀਬਿਊਸ਼ਨ ਮੀਟਿੰਗ ਸੀ ਜਿਸ ਦਿਨ ਮੇਰਾ ਫਾਸਟਿੰਗ ਦਾ ਲਾਸਟ ਡੇ ਸੀ। ਐਂਡ ਅਸੀਂ ਉਹ ਸਵੀਟ ਲੈ ਕੇ ਆਪਣੇ ਘਰ ਆ ਕੇ ਉਸ ਸਵੀਟ ਨੂੰ ਲਿਆ ਐਂਡ ਉਸ ਅਨੋਇੰਟਡ ਸਵੀਟ ਨੇ ਮੇਰੀ ਲਾਈਫ ਦੇ ਵਿੱਚ ਬਹੁਤ ਵੱਡਾ ਚੇਂਜ ਲਿਆਂਦਾ। ਉਹ ਸਵੀਟ ਲੈਣ ਤੋਂ ਬਾਅਦ 1-2 ਦਿਨ ਬਾਅਦ ਹੀ ਮੈਨੂੰ ਉਸ ਕੰਪਨੀ ਦਾ ਈਮੇਲ ਆਇਆ ਐਂਡ ਉਹ ਈਮੇਲ ਪੜ੍ਹ ਕੇ ਮੈਂ ਬਹੁਤ ਖੁਸ਼ ਹੋਇਆ ਕਿ ਮੈਂ ਆਪਣਾ ਕੰਮ ਉਸ DPD ਕੰਪਨੀ ਨਾਲ ਮੈਂ ਸ਼ੁਰੂ ਕਰ ਰਿਹਾ। ਮੈਂ ਆਪਣਾ ਕੰਮ ਸ਼ੁਰੂ ਕੀਤਾ ਐਂਡ ਉਸ ਕੰਪਨੀ ਨਾਲ ਕੰਮ ਸ਼ੁਰੂ ਕਰਨ ਤੋਂ ਬਾਅਦ ਮੇਰੀ ਇਨਕਮ ਵਿੱਚ ਬਹੁਤ ਇਨਕਰੀਮੈਂਟ ਹੋਇਆ। ਮੈਂ ਜੋ ਪਹਿਲਾਂ ਅਰਨ ਕਰ ਰਿਹਾ ਸੀ ਮੈਂ ਉਹਦੇ ਨਾਲੋਂ ਡਬਲ ਟ੍ਰਿਪਲ ਅਰਨ ਕਰ ਰਿਹਾ ਐਂਡ ਮੈਂ ਆਪਣੇ ਪੈਸੇ ਨਾਲ ਹੋਰ ਵੀ ਜ਼ਿਆਦਾ ਖੁਦਾ ਦੇ ਕੰਮਾਂ ਵਿੱਚ ਸਪੋਰਟ ਕਰ ਰਿਹਾ। ਐਂਡ ਹੁਣ ਅਸੀਂ 6 ਦਿਨ ਕੰਮ ਕਰਦੇ, ਮੈਂ 6 ਦਿਨ ਕੰਮ ਕਰਦਾ, 7ਵੇਂ ਦਿਨ ਪਰਮੇਸ਼ਵਰ ਦੇ ਘਰ ਵਿੱਚ ਹੁੰਨਾ। ਅਸੀਂ ਪੂਰੀ ਮੀਟਿੰਗ ਅਟੈਂਡ ਕਰਕੇ ਖੁਦਾ ਦਾ ਧੰਨਵਾਦ ਕਰਦੇ ਹਾਂ, ਖੁਦਾ ਦੀ ਵਰਸ਼ਿਪ ਕਰਦੇ ਹਾਂ ਐਂਡ ਇਸ ਗਵਾਹੀ ਦੇ ਲਈ ਮੈਂ ਖੁਦਾ ਦੇ ਦਾਸ ਔਰ ਦਾਸੀ ਦਾ ਬਹੁਤ ਧੰਨਵਾਦ ਕਰਦਾ। ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਦੀ। जैसे कि परमेश्वर के वचन लूका 1 अध्याय उसकी 37 आयत में लिखा है, जो वचन परमेश्वर की ओर से होता है वो प्रभाव रहित नहीं होता। यानी कि परमेश्वर के लिए कोई भी काम करना कठिन नहीं है। और हमारा विश्वास है जब आप इस गवाही को सुनेंगे तो आप विश्वास करेंगे कि प्रभु यीशु मसीह आज भी जीवित परमेश्वर है और बड़े वो अद्भुत काम करते हैं। प्रेज द लॉर्ड, जय मसीह की सबको। मेरा नाम साइमन है और ये मेरे वाइफ शाहीन है और हम दोनों कनाडा के रहने वाले हैं और आज हम दोनों मिलके आप सबके साथ हमारी ज़िंदगी की अद्भुत गवाही को शेयर करने वाले हैं। हमारी गवाही कुछ इस तरह है। नवंबर 8, 2019 को हमारी शादी हुई और हम अपने शादीशुदा ज़िंदगी में बहुत ही खुश थे और उसके कुछ ही मंथ्स बाद अक्टूबर 2020 में हमें पता चला मेरी वाइफ प्रेग्नेंट है। और जब हमें पता चला कि मेरी वाइफ प्रेग्नेंट है, मैं और मेरा पूरा परिवार बहुत खुश थे और हमारी लाइफ बहुत ही अच्छी चल रही थी। हम दोनों इकट्ठे एक साथ काम करते थे और एक साथ ही हमारी जॉब्स चल रही थी। एक दिन अचानक जॉब पे हैवी वेट लिफ्ट करने के कारण मेरी वाइफ को काफ़ी ब्लीडिंग हुई और काम पे हम दोनों घबरा गए और इमरजेंसी में टोरंटो के बहुत बड़े हॉस्पिटल में चले गए। और जब हम हॉस्पिटल गए तो डॉक्टर्स मेरी वाइफ के ऊपर 2-3 घंटे टेस्ट और अल्ट्रासाउंड करते रहे और 2-3 घंटे के बाद जैसे ही मेरी वाइफ हॉस्पिटल से बाहर आए तो उन्होंने मुझे बताया कि डॉक्टर ने उन्हें बहुत ही बुरी खबर दी है कि उन्हें यूट्रस में बहुत ही हैवी ब्लीडिंग और हेमरेज हो चुका है। जिस तरह कि ब्रेन में हेमरेज हो जाता है और ब्रेन ब्लीड कर जाता है, उसी तरह इन्हें यूट्रस में बहुत हैवी ब्लीडिंग हो चुकी थी, जिस वजह से डॉक्टर ने ये बोला कि अब बेबी का बचना बहुत ही मुश्किल है और आपको हाई रिस्क मिसकैरेज के लिए बोल दिया गया है। तो ये बात सुन के हम दोनों बहुत ही घबरा गए। तो डॉक्टर ने जब हमें बताया
कि इनको यूट्रस हेमरेज हो चुका है, तो हम बहुत ही परेशान हो गए। और उन्होंने ये भी बताया कि बेबी की मूवमेंट्स बहुत कम हैं और उनकी तरफ से चांसेस बहुत ही ज़्यादा कम हैं। और उन्होंने ये भी बोला कि अब आप, उनके वर्ड्स ये थे कि आप मदर नेचर पे छोड़ दो कि हमारी तरफ से हम कुछ नहीं कर सकते, कि ब्लीडिंग इतनी बढ़ चुकी है। और डॉक्टर की बात सुन के हम काफ़ी परेशान थे और हम घर आ गए। और उसके बाद हमने अपनी फैमिलीज़ को फ़ोन किया और उन्हें सारी सिचुएशन के बारे में बताया और उन्होंने काफ़ी हमें हिम्मत और ताकत दी। और उसी टाइम मेरी मदर इन लॉ ने हमें पास्टर अंकुर नरूला मिनिस्ट्री के बारे में बताया। उस दिन 31 दिसंबर 2020 थी और उन्होंने हमें बोला कि आज अपोस्टल अंकुर नरूला जी की क्रॉसओवर मीटिंग है और आप भी उस मीटिंग में जुड़िए। और जब मेरी मदर इन लॉ ने हमें मीटिंग के बारे में बताया तो हमने भी कनाडा में लाइव मीटिंग को अटेंड किया। और मीटिंग में परमेश्वर के दास ने स्वीट डिस्ट्रीब्यूशन की। आपके हाथों में जो स्वीट है, होली स्पिरिट इसे टच करे और जब ये आप इसे लें, 2021 का पहला निवाला जब आपके मुंह में जाए, ये वंडर्स करे आपकी लाइफ में यीशु मसीह के नाम में। मैं प्रार्थना करता हूं होली स्पिरिट से कि आप इस स्वीट को छुए और इसे अभिषेक से भरे, वो अपना तत्व इसमें मिलाए। जब आप ये ले, आप सेम न रहे यीशु मसीह के सामर्थ्य नाम में। आमीन। चाह तो ये आशीष आपकी है चर्च। मैं प्रार्थना करता हूं ये स्वीट जब छुई जाए खुदाबंद के द्वारा, आपके द्वारा ली जाए, ये वंडर्स करे, साइंस करे आपकी जिंदगियों में यीशु मसीह के नाम में। और हमने भी अपने हाथ में स्वीट रख के कनाडा में ही रिसीव किया। और मैं सबको बताना चाहता हूँ कि डिस्टेंस कोई भी बैरियर नहीं है और प्रभु का मसा हर जगह पे काम करता है और आपका विश्वास ही आपको चंगा करता है। और उसी टाइम दुआ में हमने भी अपने हाथ में स्वीट रखी और हमने रिसीव किया कि हम चंगे हो चुके हैं। और हमने वो दुआ के बाद वो स्वीट को खाया और रिसीव किया कि हमें शिफा मिल चुकी है। और विश्वास के साथ जब हमने स्वीट को लिया और हम उस ब्लेसिंग में, उस ग्रेस में बने रहे, एक हफ्ते बाद जब हम दोबारा डॉक्टर के पास चेकअप के लिए गए और हमने डॉक्टर को सारी सिचुएशन दोबारा से समझाई, तो डॉक्टर ने हमें फिर से बोला कि मैं तुम्हारे टेस्ट दोबारा करूंगी। उसी टाइम मेरी वाइफ को वो अंदर अल्ट्रासाउंड रूम में लेके गए और अल्ट्रासाउंड के दौरान डॉक्टर, मेरी वाइफ और सब लोग जो वहाँ मौजूद थे वो हैरान थे पुरानी रिपोर्ट्स देख के कि ब्लीडिंग का कोई साइन ही नहीं था। और हमें आज भी डॉक्टर्स के वर्ड याद हैं जो मेरी वाइफ को उन्होंने बोले कि देयर इज नो साइन ऑफ ब्लीडिंग। और वो इंसिडेंट जो हमारे साथ 10 वीक्स पे हुआ था, उसके बाद थ्रू आउट द प्रेगनेंसी मेरी वाइफ बिल्कुल हेल्दी रही, कोई एक भी कॉम्प्लिकेशन नहीं थी। और पूरी जो प्रेगनेंसी थी खुदा ने अपने हाथों के साथ चलाई। और 23 जुलाई 2021 को खुदा ने हमें हेल्दी बेबी बॉय के साथ ब्लेस किया। और मैं और मेरा पूरा घराना, मेरा पूरा परिवार बहुत ही खुश थे। हमने सारी महिमा खुदा को दी। और हम दोनों मिलके सबको यही मैसेज देना चाहते हैं कि जिस तरह हमने विश्वास किया, आप भी विश्वास करें, एक जीवित चर्च का हिस्सा बने। जिस तरह खुदा ने हमें ब्लेसिंग्स दी हैं, खुदा आपको भी ब्लेसिंग देगा। और इस बड़ी आशीष के लिए हम प्रभु यीशु मसीह का धन्यवाद करते हैं और प्रभु के दास का भी बहुत धन्यवाद करते हैं। सबको जय मसीह की तारीफ करें सब जन जोर से तालियों के साथ, जोर से तालियों के साथ। जीवित परमेश्वर प्रभु यीशु मसीह के नाम को